ਆਪਾਂ ਕਿੰਨੇ ਕੁਐਸਚਨਸ ਕਰ ਲਏ ਸੀ 6.1 ਦੇ 13th ਕੁਐਸਚਨ ਤੇ ਸੀਗੇ ਮੇਬੀ ਕੁਝ ਬੱਚਿਆਂ ਨੇ 13th ਵੀ ਕਰਕੇ ਭੇਜਤਾ ਸੀ ਮੈਨੂੰ ਵਧੀਆ ਲੱਗਿਆ 6.1 ਐਕਸਰਸਾਈਜ਼ ਦਾ 13th ਕੁਐਸਚਨ ਅੱਜ ਆਪਾਂ ਕੰਪਲੀਟ ਹੀ ਕਰ ਦਿਆਂਗੇ ਇਸ ਨੂੰ ਹਾਂਜੀ ਸੋ ਸਿਮਰਨ ਕੀ ਕਹਿੰਦਾ ਬੱਚੇ 13th ਕੁਐਸਚਨ ਦੇਖੋ ਉਹਨਾਂ ਨੇ ਕਿਹਾ a balloon which always remains spherical ਇੱਕ ਬੈਲੂਨ ਆ ਬੱਚੇ ਉਹ spherical ਹੀ ਰਹਿੰਦਾ ਹੈ has variable diameter ਤਾਂ ਉਸ ਦਾ diameter ਕਿੰਨਾ ਦਿੱਤਾ ਹੋਇਆ ਉਹਨਾਂ ਨੇ diameter ਦਿੱਤਾ ਬੱਚੇ 3/2 2x + 1 ਹਨਾ ਇਹ ਉਹਨਾਂ ਨੇ ਕੀ ਦਿੱਤਾ ਹੋਇਆ ਆਪਾਂ ਨੂੰ diameter ਓਕੇ ਜੀ ਸੋ ਆਪਾਂ ਨੂੰ ਉਹਨਾਂ ਨੇ ਫਾਈਂਡ ਆਊਟ ਕਰਨ ਨੂੰ ਕਿਹਾ rate of change of its volume with respect to x ਸੋ ਆਪਾਂ ਬੱਚੇ ਫਾਈਂਡ ਆਊਟ ਕਰਨਾ d/dx ਕਿਸ ਦੇ v ਦਾ ਠੀਕ ਹੈ ਇਹ ਚੀਜ਼ ਆਪਾਂ ਫਾਈਂਡ ਆਊਟ ਕਰਨੀ ਹੈ ਓਕੇ ਸਰ ਸੋ ਹੁਣ ਬਹੁਤ ਈਜ਼ੀ ਆ ਕੁਐਸਚਨ ਹੈ ਤਾਂ ਪਹਿਲਾਂ ਆਪਾਂ ਵੋਲਿਊਮ ਕੱਢ ਲੈਂਦੇ ਆ ਸੋ ਵੋਲਿਊਮ ਕੱਢਣ ਵਾਸਤੇ ਬੱਚੇ ਆਪਣੇ ਕੋਲੇ ਫਾਰਮੂਲਾ ਕੀ ਹੈ ਵੋਲਿਊਮ ਦਾ ਵੋਲਿਊਮ ਸਫੀਅਰ ਦਾ ਕਿਹਾ ਨਾ ਉਹਨਾਂ ਨੇ ਹਾਂਜੀ ਸੋ ਸਫੀਅਰ ਦਾ ਵੋਲਿਊਮ ਹੁੰਦਾ ਸਿਮਰਨ 4/3 ਪਾਈ r ਕਿਊਬ ਓਕੇ ਕਰਨ ਜੇਕਰ ਆਪਣੇ ਕੋਲੇ r ਦੀ ਵੈਲਿਊ ਹੁੰਦੀ ਦੈਨ ਆਪਾਂ ਇੱਥੇ ਪੁੱਟ ਕਰਕੇ ਆਪਣੇ ਕੋਲੇ ਸੋਲਵ ਹੀ ਹੋ ਜਾਣਾ ਸੀ ਬਟ ਹਜੇ ਆਪਣੇ ਕੋਲੇ ਰਾਜੀ r ਦੀ ਵੈਲਿਊ ਹੈ ਨਹੀਂ ਸੋ ਆਪਾਂ ਕੀ ਕਰਦੇ ਆ ਇੱਥੋਂ r ਦੀ ਵੈਲਿਊ ਬਣਾ ਲੈਂਦੇ ਆ ਸੋ r ਦੀ ਵੈਲਿਊ ਕਿੰਨੀ ਆ ਜਾਏਗੀ 3/2 2x + 1 2x + 1 ਅਪੋਨ ਦੇ ਵਿੱਚ 2 ਠੀਕ ਹੈ ਸੋ ਰੇਡੀਅਸ ਹਾਫ ਹੀ ਹੁੰਦਾ ਨਾ ਡਾਇਮੀਟਰ ਦਾ ਸੋ ਕਿੰਨੀ ਆ ਗਈ ਬੱਚੇ r ਦੀ ਵੈਲਿਊ 3/4 2x + 1 ਸੋ ਇਹ ਵੈਲਿਊ ਆ ਗਈ ਆਪਣੀ r ਦੀ ਸੋ ਆਪਾਂ ਪੁੱਟ ਕਰ ਦਿੰਨੇ ਆ ਸੋ v = 4/3 ਪਾਈ r ਦੀ ਵੈਲਿਊ ਰਾਜੀ ਮੈਂ ਪੁੱਟ ਕਰਤੀ 3/4 2x + 1 ਦਾ ਕਿਊਬ ਠੀਕ ਹੈ ਓਕੇ ਸੋ ਆਪਣੇ ਕੋਲੇ ਹੁਣ ਆਪਾਂ ਦੇਖੋ ਬੱਚੇ ਕੀ ਕੰਮ ਕਰਨਾ ਜੇ ਅੰਦਰ ਇੱਕ ਵਾਰ ਖੋਲਣਾ ਤਾਂ ਅੰਦਰ ਖੋਲ ਦਿੰਨੇ ਆ ਸੋ ਇਹ ਬਣ ਜਾਊਗਾ b = 4/3 ਪਾਈ into 3 ਸੋ ਇਸ ਤਰੀਕੇ ਬਣ ਗਿਆ ਰਾਜੀ ਇਹ ਦੱਸੀ ਚੱਲੋ ਜਿੱਥੋਂ ਨਾ ਸਮਝ ਆਈ ਉਹਦੀ ਪੁੱਛ ਲਿਓ ਸੋ v ਦੀ ਵੈਲਿਊ ਬਣ ਗਈ ਆਪਣੀ ਕੋਲੇ 4/3 ਪਾਈ into ਇਹਨੂੰ ਕੀਤਾ ਬੱਚੇ ਇਹ ਆ ਗਿਆ 27 ਐਂਡ ਇਹ ਆ ਗਿਆ ਆਪਣੀ ਕੋਲੇ ਜੇ 27 ਵੀ ਨਹੀਂ ਲਿਖਣਾ ਤਾਂ ਚਾਹੇ ਦੂਸਰੀ ਲਿਖ ਲਓ 3 × 3 × 3 ਲਿਖ ਲਓ 3 × 3 × 3 ਐਂਡ ਇਹ ਕਿੰਨਾ ਬਣ ਗਿਆ 4 × 4 × 4 ਇੱਥੇ ਬੱਚੇ ਜੋ ਚੀਜ਼ ਸੀਗੀ ਉਹ ਉਵੇਂ ਪਈ ਹੈ ਸੋ v = 4/3 ਪਾਈ ਸੌਰੀ 4 ਨਾਲ 4 ਕੱਟਿਆ ਗਿਆ 3 ਨਾਲ 3 ਕੱਟਿਆ ਗਿਆ ਸੋ we are left with 9/16 ਪਾਈ ਤੇ ਨਾਲ ਬੱਚੇ ਹੈਗਾ 2x + 1 ਦੀ ਪਾਵਰ 3 ਓਕੇ ਹੁਣ ਆਪਾਂ ਕਰ ਦਿੰਨੇ ਆ ਡੈਰੀਵੇਟਿਵ ਵਿਦ ਰਿਸਪੈਕਟ ਟੂ x ਤਾਂ ਮੈਂ ਇੱਥੇ ਲਿਖ ਦਿਨਾ ਡਿਫਰੈਂਸ਼ੀਏਟਿੰਗ ਵਿਦ ਰਿਸਪੈਕਟ ਟੂ x ਸੋ ਵੀ ਗੈਟ ਦੇਖੋ ਬਈ d/dx ਆ ਗਿਆ ਆਪਣੇ ਕੋਲ ਇੱਥੇ v ਦਾ ਇੱਥੇ ਬੱਚੇ ਆਹ ਵਾਲੀ ਸਾਰੀ ਚੀਜ਼ ਤਾਂ ਕਾਂਸਟੈਂਟ ਹੈ ਸੋ ਬਾਹਰ ਹੀ ਲਿਖ ਲਈ d/dx of 9/16 ਪਾਈ 2x + 3 ਇੱਕ ਕੁਐਸਚਨ ਮੈਂ ਪੂਰਾ ਡਿਟੇਲ ਚ ਕਰਵਾਈ ਜਾਣਾ ਠੀਕ ਹੈ ਓਕੇ ਬਈ ਸੋ ਹੁਣ ਆਪਣੇ ਕੋਲੇ ਇੱਥੇ ਕੀ ਬਣ ਗਿਆ ਹੋਊਗਾ ਦੇਖੋ ਬਈ ਇਹ ਤਾਂ ਬਣ ਗਿਆ dv/dx ਤਾਂ ਵੈਲਿਊ ਆ ਗਈ ਰਾਜੀ 9/16 ਪਾਈ ਤਾਂ ਆਪਾਂ ਉਵੇਂ ਲਿਖ ਲਿਆ d/dx ਹੁਣ ਆਪਾਂ ਕਿਸ ਦਾ ਕਰਨਾ 2x + 3 ਦਾ 2x + 1 ਦੀ ਪਾਵਰ ਕਿਊਬ ਦਾ ਸੌਰੀ ਮੈਂ ਗਲਤ ਬੋਲ ਗਿਆ ਸੋ 9/16 ਪਾਈ ਸੋ ਇਸ ਦਾ ਡੈਰੀਵੇਟਿਵ ਹੋਊਗਾ ਤਾਂ ਸਿਮਰਨ 3 ਅੱਗੇ ਆ ਗਿਆ 2x + 1 3 - 2 ਸੋ ਇੱਥੇ ਕਿੰਨੀ ਆ ਗਈ ਆਪਣੇ ਕੋਲੇ 2 ਨਾਲ d/dx ਕਿਸ ਦਾ ਕਰਾਂਗੇ ਇਸ ਬ੍ਰੈਕਟ ਦਾ ਸੋ ਕਿੰਨਾ ਆ ਗਿਆ ਰਾਜੀ 2x + 1 ਦਾ ਠੀਕ ਹੈ ਨਾ ਵਿਜ਼ੀਬਲ ਤਾਂ ਹੈ ਸਾਰਿਆਂ ਨੂੰ ਸੋ dv/dx ਦੀ ਵੈਲਿਊ ਕਿੰਨੀ ਬਣ ਗਈ 9/16 ਪਾਈ ਸੋ ਇਹ ਬਣ ਗਿਆ ਜੀ 3 2x + 1 ਦਾ ਸਕੁਆਇਰ ਇਨਟੂ ਇਥੋਂ ਡੈਰੀਵੇਟਿਵ ਕਿੰਨਾ ਹੋਊਗਾ ਇਸ ਦਾ 2 ਓਕੇ ਜੀ ਸੋ ਬਸ ਦੇਖ ਲਓ ਜੋ ਕੱਟਿਆ ਜਾਂਦਾ ਉਸ ਨੂੰ ਕੱਟ ਦਿਓ ਬਾਕੀ ਆਪਣਾ ਆਨਸਰ ਆ dv/dx ਦੀ ਵੈਲਿਊ ਆ ਗਈ
आ बच्चे अपने को कट हो रहे हैं। सो ये आ गई 27/8 पाई 2x + 1 दा स्क्वायर। सो ये अपनी रिक्वायर्ड आंसर आ रहा है। सिंपल जिहा क्वेश्चन सीगा, होपफुली क्लीयर हो गया होगा। जेकर किसी को नहीं पता लग गया तो जरूर पूछ लो, अदरवाइज मैनू एक बार दस दो भी हाँ जी क्लीयर है। मैं आंसर मैच कर ला भी हो रहा कि नहीं। सताई बाई 8 बाई हाँ जी हो रहा मैच। ओके वेरी गुड बच्चे शाबाश। हाँ जी ये काम क्लियर है, कोई डाउट तो नहीं। गुरजोत कोई डाउट हो रजे इस क्वेश्चन च? रिप्लाई सारे जाने कर दिया करो, ये प्लीज कंजूसी ना कराया करो। हाँ जी अमन दमन क्लीयर है ना? फिर अज आप इसनू कंप्लीट करना। अरमान तो क्लीयर है? बलजोत बिस्मीत धर्म गुरजोत बच्चे कोई डाउट तो नहीं इस क्वेश्चन च? चलो जे डाउट होया तो जी पूछ लो। नेक्स्ट क्वेश्चन उन्होंने अपन देखो की क्या है। 14th क्वेश्चन ये इंपॉर्टेंट है। जो 14th क्वेश्चन आ इससे पहले ही मार्क कर लो भी काफी इंपॉर्टेंट आ। ओके भी सो देखो पहला उन्होंने दिता की कुछ आ, गिवन चीजा लिखते हैं आप एक बार। गिवन की कुछ है तो गिवन च बच्चे 14th क्वेश्चन च उन्होंने कहा जशमीन स्टेटमेंट रीड करो एक बारी। सैंड इज पोरिंग फ्रॉम अ पाइप एट रेट ऑफ, देखो रेट वर्ड आ गया, ਇਹਦਾ मतलब चेंज की गल हो रही है। डेरिवेटिव दिता होया किसी चीज का 12 सेंटीमीटर क्यूब पर सेकंड। सो बच्चे उन्होंने कुछ दिता होया 12 सेंटीमीटर क्यूब पर सेकंड। तो ਤੁਹਾਨੂੰ क्यूब वर्ड तो क्लीयर हो गया हो भी ਆਪਾਂ ਨੂੰ गिवन की दिता होया d/dt v ਦਾ। ठीक है ये चीज क्लीयर होगी भी ये चीज दी हुई है। फिर उन्होंने कहा द फॉलिंग सैंड फॉर्म्स अ कोन ऑन द ग्राउंड। देखो भी ਜਿਹੜਾ ਪਾਈਪ ਦੇ ਵਿੱਚੋਂ ਕੁਝ ਰੇਤਾ ਡਿੱਗ ਰਿਹਾ ਆਪਾਂ ਕਹਿ ਦਿੰਦੇ ਆ। ਠੀਕ ਹੈ ਇਹ ਕੀ ਬਣਾ ਰਿਹਾ ਹੈ, ਗਰਾਊਂਡ ਦੇ ਉੱਪਰ ਇਸ ਤਰੀਕੇ ਦਾ ਇੱਕ ਕੋਨ ਫਾਰਮ ਕਰ ਰਿਹਾ। ਠੀਕ ਹੈ ਫॉर्म अ कोन ऑन ग्राउंड in such a way that height of cone is always 1/6 radius of base। ओके सर उन्होंने कहा बई भी जेड़ा अपने कोले मैं इदा करना लेट कर लेना लेट रेडियस इज इक्वल टू आर एंड हाइट ऑफ कोन अपने कोले की है एच। ठीक है बट अकॉर्डिंग टू क्वेश्चन उन्होंने कहा बच्चे द फॉलोइंग सैंड फॉर्म्स अ कोन ऑन ग्राउंड इन सच अ वे दैट हाइट ऑफ कोन इज ऑलवेज 1/6 रेडियस ऑफ बेस। ਜਿਹੜੀ ਹਾਈਟ ਆ ਨਾ ਕੋਨ ਦੀ ਉਹ ਬੱਚੇ ਆਲਵੇਜ਼ ਇਦਾਂ। ਠੀਕ ਹੈ ਸੋ ਇਥੋਂ ਆਪਣੇ ਕੋਲੇ r ਦੀ ਵੈਲਿਊ ਕਿੰਨੀ ਬਣ ਗਈ, r ਦੀ ਵੈਲਿਊ ਬਣ ਗਈ ਆਪਣੇ ਕੋਲੇ 6h। ਓਕੇ ਇਹ ਹਜੇ ਆਪਾਂ ਗਿਵਨ ਤੇ ਕੰਮ ਹੀ ਕਰ ਰਹੇ ਹਾਂ। ਹੁਣ ਅੱਗੇ ਸਟੇਟਮੈਂਟ ਪੜ੍ਹਨਾ ਮੈਂ, ਹਾਊ ਫਾਸਟ ਇਜ਼ ਦਾ ਹਾਈਟ ਆਫ ਸੈਂਡ ਕੋਨ ਇਨਕਰੀਜ਼ਿੰਗ। ਓਕੇ ਜੀ ਸੋ ਤੁਹਾਨੂੰ ਕਲੀਅਰ ਹੋ ਗਿਆ ਹੋਊ ਵੀ ਤੁਸੀਂ ਫਾਈਂਡ ਆਊਟ ਕੀ ਕਰਨਾ। ਮੈਂ ਇੱਥੇ ਲਿਖ ਹੀ ਦਿੰਨਾ ਟੂ फाइंड। देखो हाउ फास्ट हाइट इंक्रीजिंग मींस टू से dh/dt आपा की करना फाइंड आउट। स्टेटमेंट क्लियर आ करिए क्वेश्चन स्टार्ट। मैंने एक बार रिप्लाई कर दो बच्चे भी किसी ਨੂੰ ਜੇ स्टेटमेंट ਦੇ ਵਿੱਚ ਡਾਊਟ ਆ ਤਾਂ। हाँ जी सो मनवीर बिल्कुल ईजी काम ही रहूगा। सो जो चीज अपन दी हुई है उसका यूज ले लांगे अपन पता ही है। जसमीन है डाउट कोई बच्चे? देखो जी है डाउट तो मैं दस दिना। सो पहला आप इदा करते हैं वॉल्यूम ऑफ कोन बना लेंगे। ओके जी ओके वॉल्यूम ऑफ कोन तो फॉर्मूला की है वॉल्यूम ऑफ कोन का बच्चे? हाँ जी वॉल्यूम ऑफ कोन का फॉर्मूला की रहूगा दस्यो कोई जाना।
सो 1/3 हाँ जी, सो 1/3 पाई आर स्क्वायर एच, ये तो सारा नहीं आंदा होगा ऑलमोस्ट है ना। ओके सो फिर अपने कोले ਇਹਦਾ मतलब v ਦੀ ਵੈਲਿਊ ਕਿੰਨੀ ਆ ਗਈ 1/3 ਪਾਈ r ਦੀ ਵੈਲਿਊ ਨਾ ਪੁੱਟ ਕਰ ਦਈਏ ਆਪਾਂ, ਥੋੜਾ ਸੌਖਾ ਹੋ ਜਾਾਂਗੇ। r ਦੀ ਵੈਲਿਊ ਆ ਵਾਲੀ ਚੱਕ ਕੇ ਪੁੱਟ ਕਰ ਦੇਣੀ, ਸੋ 6h ਦਾ ਸਕੁਆਇਰ ਇਨਟੂ h, ਸੋ b ਦੀ ਵੈਲਿਊ ਬੱਚੇ ਬਣ ਗਈ ਆਪਣੀ ਕੋਲੇ 1/3 ਪਾਈ, ਇਹ ਹੋ ਗਿਆ ਆਪਣੇ ਕੋਲੇ 36h क्यूब, ठीक है। सो इसमें थोड़ा होर कट वट दिने ये 12 हो गया, सो v की वैल्यू आ गई राजी 12 पाई h क्यूब, ये वैल्यू आ गई, ठीक है। हुण आपां की करदे हां, ओबवियसली t दे विद रिस्पेक्ट टू डेरिवेटिव कर दिन्ने हां, सो मैं इत्थे लिख दिना डिफरेंशिएटिंग विद रिस्पेक्ट टू t, ठीक है। सो अपने कोले dv अपॉन dt बन गया गुरजोत इधर तां, एंड इधर बच्चे की बनया 12 पाई, मैं पहले बाहर लिख देना d अपॉन dt किसका कीता आपां h क्यूब दा, ओके जी। सो ये बन गया गुरजोत, समझ आ रहा बच्चे कि नहीं, ऐं दसो एक बारी। अरमान तुसी भी एक बार रिप्लाई करो भी समझ आ रहा या नहीं आ रहा। सो ये बच्चे अपने को बन गया 3 अगे आ गया 3h स्क्वायर, अरमान तो हाँ जी शाबाश एकम। सो h ਦਾ ਬੱਚੇ ਡੈਰੀਵੇਟਿਵ ਕੀਤਾ ਕਿੰਨਾ ਆ ਗਿਆ dh अपॉन dt। गुरजोत मेरी वॉइस मिल रही है कि नहीं, ओके अरमान। जसदीप ਨੂੰ ਵੀ ਕਹਿ ਦੇ ਵੀ ਲਾ ਲਿਆ ਕਰੇ ਕਲਾਸ, ਉਹ ਲਗਾਉਂਦਾ ਹੀ ਨਹੀਂ ਬਿਲਕੁਲ ਵੀ। dv अपॉन dt इज इक्वल टू ਕਿੰਨਾ ਬਣ ਗਿਆ 12 ਪਾਈ, ਇਸ ਨੂੰ ਆਪਾਂ 36 ਪਾਈ ਲਿਖ ਦਿੰਨੇ ਆ ਕਿਉਂਕਿ ਆ 3 ਨਾਲ ਮਲਟੀਪਲਾਈ ਹੋ ਗਿਆ 36 ਪਾਈ h स्क्वायर dh अपॉन dt आ बन गया, ठीक है। हुण आपां की करिए इस दी वैल्यू पुट कर दिन्ने आ, गिवन है अपने कोले, इथों क्वेश्चन मैं फिर स्टार्ट कर दिना। इस दी वैल्यू कितनी सी 12, सो 12 इज इक्वल्स टू 36 पाई h स्क्वायर dh अपॉन dt। सो ये बच्चे आ गई अपने कोले, सारा समान आ वाला आपां नीचे ले जाने आ, सो अपने कोले 12 अपॉन 36 पाई h स्क्वायर इज इक्वल्स टू आ गया dh अपॉन dt, है ना। सो आ अपने को कट्टे गए, सो dh अपॉन dt की वैल्यू कितनी आ गई 1/3 पाई h स्क्वायर, ओके। बट उन्होंने क्वेश्चन दे विच आपां नूं कुछ हाइट वास्ते क्या भी सीगा, वो कहंदा जेकर हाइट 4 होवे, हाँ जी, सो 4 गिवन आ, है ना। सो कहंदा व्हेन h इज इक्वल्स टू 4 सेंटीमीटर, सो ये हो जाऊगा जी dh अपॉन dt की वैल्यू कितनी आ जाऊगी 1/3 पाई इंटू 4 दा स्क्वायर, है ना। h की जगह ते वैल्यू पुट करती, सो आंसर कितना आ गया dh अपॉन dt दा 16×3 हाँ जी वेरी गुड बच्चे 1/48 पाई सेंटीमीटर, पिछे सेंटीमीटर जरूर लिख दो, ठीक है। सो इत्थे लिख दो हैंस the rate of change of height is, आंसर सेम है बच्चे, एक बार चेक करियो कोई जाना 1/48 सेंटीमीटर, ओके जी ओके। हाँ जी सेंटीमीटर पर सेकंड बच्चे, सॉरी सेंटीमीटर पर सेकंड, इसके भी यूनिट्स आउणगे ना, सेंटीमीटर पर सेकंड, ठीक है। सो किना किना बिल्कुल क्लीयर हो गया क्वेश्चन, एक बार रिप्लाई करो मैनू नहीं फिर सारा ने नाम लेके पूछना पऊगा। हाँ जी वेरी गुड गुरजोत बई तुहाडा मैनू मैसेज नहीं आ रहा बिल्कुल भी। दमन क्लीयर हो रहा, बलजोत तुहाडा भी मैनू रिप्लाई नहीं आ रहा जी। धर्म तुहाडे क्लीयर आ, निखिल ओके जी ओके चलो। सो हुण आपां की करदे हां नैक्सट क्वेश्चन ते चलदे हां। अपने कोले आ वाला क्वेश्चन काफी इंपॉर्टेंट सी बच्चे, ठीक है 14। सो अगला क्वेश्चन हैगा
बच्चे फोन आ गया सी, देखियो आवाज आ रही है ना सही। सो नेक्स्ट क्वेश्चन हैगा अपने कोले 15th, ठीक है एकम। सो 15th क्वेश्चन बिल्कुल ईजी रहूगा, जे तुसी कहने हो तो मैं करवा देना, अदरवाइज तुसी आप भी कर सकते हो। देखो उन्होंने अपन ਨੂੰ ਦਿੱਤਾ cx ਦਿੱਤਾ ਬੱਚੇ ਉਹਨਾਂ ਨੇ 0.007 x क्यूब, फिर उन्होंने दिता -0.003 एक्स स्क्वायर, फिर उन्होंने दिता बच्चे 15x, फिर उन्होंने दिता 4000। सो कहते फाइंड मार्जिनल कॉस्ट। मार्जिनल कॉस्ट का मतलब भी बच्चे की हुंदा रेट ऑफ चेंज ही हुंदा, मींस टू से आप डेरिवेटिव ही करना है इसका, ठीक है। फाइंड मार्जिनल कॉस्ट व्हेन 17 यूनिट्स आर प्रोड्यूस्ड, मतलब एंड ते आपां की करांगे x दी वैल्यू 17 पुट कर देंगे, पहला इसका डेरिवेटिव करांगे, एंड ते की करांगे x दी वैल्यू 17 पुट कर देंगे। जमा ही सिंपल आ, बिल्कुल ही सिंपल। सो इसका करके देख लेने आ, मैं इत्थे लिख देना डिफरेंशिएटिंग बोथ साइड्स विद रिस्पेक्ट टू x। ओके जी, सो ये अपने को बन गया नियर अबाउट dc अपॉन dx, ठीक है। एंड इसका बच्चे डेरिवेटिव होगा तो देखो 0.007 तो आप उवें देख लिया, अगे अपने को की आ जाऊगा, चलो ऐ करदा मैं एक बार डिटेल च ही कर लेने, जेडे बच्चे नूं आउंदा हो दवा दवा भी कर दिओ, फास्ट कर दिओ। डी बाई डी एक्स ऑफ 4000, ठीक है। ओके जी, सो इसका की बनूगा बच्चे अपने को जमा ही ईजी काम आ, डेरिवेटिव करना स्टार्ट कर देने आ। सो ये हो गया dc अपॉन dx इज इक्वल्स टू 0.007 इंटू इसका डेरिवेटिव होगा बच्चे 3 अगे आ गया, इत्थे आ गया x स्क्वायर। ओके जी, एंड 0.003 उवें लिख लिया, इसका किवें बनूगा 2x। हाँ जी, एंड इसका बच्चे कांस्टेंट टर्म दा डेरिवेटिव सॉरी 15, इत्थे ओनली x लिखना सी, मैं गलत लिख गया, ठीक है। प्लस पाया, सो 15, इसका डेरिवेटिव कितना आ गया 1, फिर इसका डेरिवेटिव कितना आ गया 0। सो dc अपॉन dx दी वैल्यू आ गई, इसनू बच्चे मल्टीप्लाई कर देने आपां, कितना बन जाएगा 0.0021 x स्क्वायर माइनस इसनू मल्टीप्लाई कीता 0.006 x प्लस 15, ये अपनी कोले अपनी रिक्वायर्ड वैल्यू आ गई, बट आपां फाइंड आउट करनी सी एट 17। सो तुसी इसनू ना इदां लिख दिया करो dc अपॉन dx, जेकर कदे लिखनी होवे ना इदां लिख दिया करो, ब्रैकेट च पा के ना इत्थे पैर जे च लिख सकते हो तुसी x इज इक्वल टू 17, ठीक है। सो अपने को कितना बनूगा 0.0021 इंटू 17 दा स्क्वायर माइनस 0.006 इंटू 17 प्लस 15। हाँ जी बच्चे सॉरी मैं सीधा ही लिख गया सीगा। सो इत्थों बच्चे कितना आऊगा अपने को, देखो आ चीज अपने को सीगा 7 अपॉन 1000 इंटू 3, सो ये बन गया अपने को 21 अपॉन 1000। सो इसकी वैल्यू आऊगी 0.021, मैं लिख गया सीगा 0.0021, आ सही है बच्चे, थैंक यू जैस्मीन। सो 0.021, ओके जी। सो आप वैल्यूज पुट करते हैं, ये कितना बन गया 0.021 इंटू 289 माइनस इसनू बच्चे अंदर मल्टीप्लाई कर दो, तो देखो आ तो अंदर मल्टीप्लाई होया सौखे होया पिया। सो 6 अपॉन 1000 इंटू 17, सो ये हो गया 17 छीका 102 हुंदा है अपॉन 1000, सो ये हो गया 0.102 प्लस 15। सो इसनू सॉल्व करके मैनू छेती दिन आंसर दस्सियो कितना आ रहा है, आ नहीं रहा इदा आऊगा यार आंसर, तो चेक करो एक बार आंसर आ कितना रहा है।
आना तो चाहिए आंसर। कितना आंसर आ रहा है बच्चे तुहाडा? हाँ जी बिल्कुल सही है। फिर इसकी वैल्यू कितनी आ रही है अपनी? ਕਰਨ ਤੁਹਾਡਾ ਆਨਸਰ ਇਹ ਬਣਿਆ 20.967। ਜੇ ਇਹ ਆਨਸਰ ਬਣ ਰਿਹਾ ਤਾਂ ਬਿਲਕੁਲ ਸਹੀ ਹੈ, ਜੇ ਨਹੀਂ ਬਣ ਰਿਹਾ ਤਾਂ ਆਪਣਾ ਗਲਤ ਹੈ। ਮੈਂ ਵੀ ਕਰਕੇ ਦੇਖ ਦਿੰਨਾ ਸਾਈਡ ਤੇ। ਸੋ ਪਹਿਲਾਂ ਇਸ ਨੂੰ ਆਪਾਂ ਸੋਲਵ ਕਰ ਲੈਨੇ ਆ। 21/1000 into 299। ਸੋ 299 ਨੂੰ 21 ਨਾਲ ਮਲਟੀਪਲਾਈ ਕੀਤਾ ਬੱਚੇ, ਹੋ ਗਿਆ 9 दूनी 18। बिल्कुल सही है बच्चे, जे ये आंसर आ रहा है जिन्हां दा 9 8 8 16। निखिल आह आंसर नहीं आ रहा तुहाडा 6। सो यही बन गया अपने कोले जी 60 69/1000। सो इसनू आपां लिख सकते हैं राजी। देखो इसनू की लिख सकते हो तुसी, मैं एक स्टेप होर कर देना 6.069। ओके सी। सो इसनू आपां की लिख सकते सीगे -0.102 प्लस 15। सो प्लस कर दिंने आ, पहला तो इहदा प्लस करदे आ। सो 15 कि माइनस कर दिए पहला। सो 6.069 दे विचों 0.102 माइनस कर दो। सो कितना बचूगा? सो 9 चो 2 गए 7, 6 का 6, इत्थे अपने कोले 10 आ गए, 10 चो अपने कोले इत्थे आ गया 9, इत्थे आ गया 5। ठीक है, ये बन गया 5.967 दे विच आपां 15 प्लस कर दिन्ने आ तां कितना बन रहा जी 76920। बिल्कुल सही तो बन रहा है। क्लीयर हो गया बच्ची क्वेश्चन? तो हुण एक छोटा जिहा काम करना। दमन दस्सियो क्लीयर है? धर्म कोई डाउट तो नहीं ना इस क्वेश्चन च? बच्चे जे किसी नूं भी डाउट आ तो करन पुछ लो। सो हुण तुसीं जिहड़ा काम करना, फोन क्यों ला रहे हैं? सो तुसीं बच्चे क्वेश्चन करने आ एज अ होमवर्क के तौर पे, क्योंकि बिल्कुल सेम जी है। मैं इत्थे लिख देना होमवर्क क्वेश्चन हैगे अपने 16th क्वेश्चन, 17th क्वेश्चन ते 18th क्वेश्चन MCQs ही है, अपने आप हो जाएंगे। तो करके जरूर भेजने। मैनू कल वधिया लग्या भी आलमोस्ट सारे बच्चों ने करके भेजे सीगे, 2-3 बच्चों ने नहीं भेजे, उन्हां दी आपां क्लास ला लांगे। सो जे ये डन है तो नैक्सट एक्सरसाइज का थोड़ा बेसिक्स दसा, करिए स्टार्ट। हुण आपां 1 घंटे की क्लास लाया करांगे कल तो, ठीक है? हौली हौली थोड़ा टाइम बढ़ावांगे, घंटे तो भी बढ़ा देंगे, 2 मीटिंग्स दी लाउण लग जाएंगे हौली हौली। हाँ जी कोई गल नहीं, परसों 1 आ गई। ओके सो इदां करते हैं बई, देखो नैक्सट एक्सरसाइज का थोड़ा जिहा बेसिक्स दस रहा। ਜਿਹੜੇ ਜਿਹੜੇ ਬੱਚੇ ਹੈਗੇ ਆ ਜਾਗਦੇ ਆ ਕਲਾਸ ਦੇ ਵਿੱਚ, ਉਹ ਮੈਨੂੰ ਇੱਕ ਵਾਰੀ ਰਿਪਲਾਈ ਕਰ ਦਿਓ, ਮੈਂ ਦੇਖ ਲਾਂ ਵੀ ਕਿੰਨੇ ਬੱਚੇ ਆ। ਬੇਸਿਕਸ ਕਰਦੇ ਆ ਥੋੜਾ ਜਿਹਾ 6.2 ਦਾ, ਬੇਸਿਕਸ ਆਫ ਐਕਸਰਸਾਈਜ਼ 6.2। ਮੈਂ ਤੁਹਾਨੂੰ ਕਿਹਾ ਸੀ ਵੀ ਨਾਲ ਨਾਲ ਹੀ ਬੇਸਿਕਸ ਕਰਿਆ ਕਰਾਂਗੇ ਜਿਵੇਂ ਜਿਵੇਂ ਐਕਸਰਸਾਈਜ਼ ਆਊਗੀ। ਓਕੇ ਸੋ ਧਿਆਨ ਨਾਲ ਸਮਝਣਾ, ਇੰਨੀ ਨਜਾਇਜ਼ ਸੌਖੀ ਐਕਸਰਸਾਈਜ਼ ਰਹੂਗੀ ਨਾ ਜੇਕਰ ਇੱਕ ਵਾਰ ਬੇਸਿਕਸ ਸਮਝ ਆ ਗਿਆ ਤੁਹਾਨੂੰ, भी तुहानू ऐ लगू भी जम बच्चों वाला काम। सो देखो बई हुण पहला तो तुसीं ये देखो भी कोई फंक्शन, भी कोई भी अपने कोले फंक्शन मे बी, पहली चीज स्ट्रिक्टली इंक्रीजिंग हो सकता भाई कोई फंक्शन, ठीक है? स्ट्रिक्टली तुसीं ऐ ना समझो भी आ की लिखाई जाने हो, इन्हां बारे चानना पाऊंगा।
ਸੋ ਸਟ੍ਰਿਕਟਲੀ ਡਿਕਰੀਜ਼ਿੰਗ ਹੋ ਸਕਦਾ ਕੋਈ ਫੰਕਸ਼ਨ, ਕੱਲਾ ਇਨਕਰੀਜ਼ਿੰਗ ਹੋ ਸਕਦਾ ਕੋਈ ਫੰਕਸ਼ਨ, डिक्रीजिंग हो सकता कोई फंक्शन, नीदर इंक्रीजिंग नॉर डिक्रीजिंग हो सकता, मींस टू से कांस्टेंट हो सकता है, ना इंक्रीज होवे ना डिक्रीज होवे, ठीक है। सो इनियां टाइप्स हो सकदियां फंक्शन दियां, पर आपां नूं पता किवें लगू भी किहड़ा फंक्शन इंक्रीजिंग आ किहड़ा फंक्शन डिक्रीजिंग आ। हुण एक छोटा जिहा फर्क, स्ट्रिक्टली इंक्रीजिंग ਤੇ ਸਟ੍ਰਿਕਟਲੀ ਡਿਕਰੀਜ਼ਿੰਗ ਦਾ ਇਹਨਾਂ ਦੋਨਾਂ ਨਾਲੋਂ ਕੀ ਫਰਕ ਆ, ਇੱਕ ਆਪਾਂ ਇਸ ਬਾਰੇ ਗੱਲ ਕਰਾਂਗੇ। ਤਾਂ ਹੁਣ ਮੈਂ ਇੱਕ ਨਾ ਤੁਹਾਨੂੰ ਐਗਜ਼ਾਮਪਲ ਨਾਲ ਕਲੀਅਰ ਕਰਦਾ। ਪਹਿਲਾਂ ਆਪਾਂ ਇੱਕ ਗ੍ਰਾਫ ਬਣਾਉਣੇ ਆ। ਸੋ ਕਰਨ ਜੇਕਰ ਆਹ ਇੱਕ ਗ੍ਰਾਫ ਆ ਬੱਚੇ ਮੇਰੇ ਕੋਲੇ, ਆ ਓਰੀਜਨ ਆ ਤੁਹਾਨੂੰ ਪਤਾ ਲੱਗ ਰਿਹਾ, ਉਹ ਆ ਐਕਸ ਐਕਸਿਸ ਆ ਵਾਈ ਐਕਸਿਸ ਆ। ਤਾਂ ਧਿਆਨ ਨਾਲ ਸਮਝ ਲਿਓ ਸਾਰੇ, ਠੀਕ ਹੈ। ਜੇਕਰ ਮੈਂ ਕੋਈ ਵੀ ਇੱਥੋਂ ਇੱਕ ਆ ਗ੍ਰਾਫ ਪਲਾਟ ਕਰਤਾ, हाँ मैं ग्राफ बनाता, कर्व बनाती कोई भी, ਤੁਹਾਨੂੰ ਕਿਸੇ ਨੂੰ ਆਈਡੀਆ ਹੋ ਰਿਹਾ ਵੀ ਇਹ ਫੰਕਸ਼ਨ ਆ ਜਿਹੜਾ ਇਨਕਰੀਜ਼ਿੰਗ ਆ ਕਿ ਡਿਕਰੀਜ਼ਿੰਗ ਆ, ਕਿਸੇ ਨੂੰ ਆਈਡੀਆ ਹੋ ਰਿਹਾ ਹੋਵੇ। ਹਜੇ ਮੈਂ ਸਟ੍ਰਿਕਟਲੀ ਬਾਰੇ ਨਹੀਂ ਪੁੱਛ ਰਿਹਾ, ਇਨਕਰੀਜ਼ਿੰਗ ਤੇ ਡਿਕਰੀਜ਼ਿੰਗ ਦੀ ਗੱਲ ਕਰ ਰਿਹਾ। ਕਿਸੇ ਨੂੰ ਆਈਡੀਆ ਹੋ ਰਿਹਾ ਹੋਵੇ? ਨਹੀਂ। ਤੁਸੀਂ ਕਹੋਗੇ ਹਾਂਜੀ ਸਿਮਰਨ ਇਨਕਰੀਜ਼ਿੰਗ ਆ, ਤੁਸੀਂ ਬਟ ਤੁਸੀਂ ਹਜੇ ਬੱਚੇ ਪੁੱਛੋਗੇ ਮੇਰੇ ਤੋਂ ਵੀ ਸਰ ਕੁਐਸਚਨ ਤੁਸੀਂ ਹਾਫ ਦੇ ਰਹੇ ਹੋ, ਤੁਸੀਂ ਮੈਨੂੰ ਐਂ ਦੱਸੋ ਵੀ ਕਿਹੜੇ ਇੰਟਰਵਲਸ ਦੇ ਵਿੱਚ ਪੁੱਛ ਰਹੇ ਹੋ, ਕਿਹੜੇ ਤੋਂ ਕਿਹੜੇ ਪੁਆਇੰਟ ਤੱਕ ਪੁੱਛ ਰਹੇ ਹੋ ਵੀ ਇਹ ਇਨਕਰੀਜ਼ਿੰਗ ਆ ਕਿ ਡਿਕਰੀਜ਼ਿੰਗ ਆ। ਪਹਿਲਾਂ ਆਪਾਂ ਨੂੰ ਪੁਆਇੰਟ ਗਿਵਨ ਹੋਣੇ ਚਾਹੀਦੇ ਆ, ਠੀਕ ਹੈ। ਸੋ ਮੈਂ ਜੇਕਰ ਤੁਹਾਨੂੰ ਕਹਿ ਦਿਆਂ ਬਈ ਚੈੱਕ ਕਰਕੇ ਦੱਸੋ ਇਸ ਪੁਆਇੰਟ ਤੋਂ ਲੈ ਕੇ ਇਸ ਪੁਆਇੰਟ ਤੱਕ, ਜਿਵੇਂ ਕਿ ਆਹ ਬਣ ਗਿਆ, ਇਸ ਪੁਆਇੰਟ ਤੋਂ ਲੈ ਕੇ ਇਸ ਪੁਆਇੰਟ ਤੱਕ ਦੱਸੋ ਵੀ ਇਹ ਇਨਕਰੀਜ਼ਿੰਗ ਆ ਕਿ ਡਿਕਰੀਜ਼ਿੰਗ ਆ। ਤੁਸੀਂ ਨਾਲ ਦੀ ਨਾਲ ਗ੍ਰਾਫ ਵੇਖ ਕੇ ਕਹਿ ਦਿਓਗੇ ਸਰ ਇਨਕਰੀਜ਼ਿੰਗ ਆ। ਕਿਉਂ ਇਨਕਰੀਜ਼ਿੰਗ ਆ? ਕਿਉਂਕਿ ਤੁਸੀਂ ਆਖੋਗੇ ਪਹਿਲਾਂ ਤਾਂ ਹਾਈਟ ਇੰਨੀ ਸੀ, ਹੁਣ ਹਾਈਟ ਇੰਨੀ ਹੋ ਗਈ। ਹਾਈਟ ਦੇਖਣੀ ਆ ਤੁਸੀਂ ਐਕਸ ਐਕਸਿਸ ਦੇ ਨਾਲ। ਸੋ ਪਹਿਲਾਂ ਤਾਂ ਹਾਈਟ ਇੰਨੀ ਕੀ ਸੀ ਬੱਚੇ, ਦੇਖੋ ਹੁਣ ਹਾਈਟ ਇੰਨੀ ਹੋ ਗਈ। ਸੋ ਦੈਟ ਮੀਨਸ ਇਹ ਕੀ ਹੈ, ਇਨਕਰੀਜ਼ਿੰਗ, ਠੀਕ ਹੈ। ਸੋ ਕਰਨ ਜੇਕਰ ਮੈਂ ਨੈਕਸਟ ਡਾਇਗਰਾਮ ਤੁਹਾਨੂੰ ਇਦਾਂ ਦੀ ਦੇ ਦਿਆਂ, ਦੱਸਿਓ ਵੀ ਤੁਸੀਂ ਇਹ ਕੀ ਹੋਊਗਾ। ਹਜੇ ਤੁਸੀਂ ਸਿਰਫ ਇਨਕਰੀਜ਼ਿੰਗ ਤੇ ਡਿਕਰੀਜ਼ਿੰਗ ਦੀ ਗੱਲ ਕਰਨੀ ਆ, ਸਟ੍ਰਿਕਟਲੀ ਵਾਲਾ ਕੰਮ ਅੱਗੇ ਜਾ ਕੇ ਲਿਆਉਂਗਾ। ਇਦਾਂ ਸੋ ਜੇਕਰ ਮੈਂ ਕਹਿ ਦਿਆਂ ਵੀ ਕੋਈ ਫੰਕਸ਼ਨ ਆਪਣੇ ਕੋਲੇ ਇਸ ਤਰੀਕੇ ਦਾ, ਫॉर एग्जांपल ਕਿਸੇ ਵੀ ਤਰ੍ਹਾਂ ਦੀ ਐਗਜ਼ਾਮਪਲ ਲੈ ਲਓ ਤੁਸੀਂ। ਜੇ ਮੈਂ ਐਂ ਜੇ ਕਹਿ ਦਿਆਂ ਇੱਕ, ਚਲੋ ਆਹ ਗ੍ਰਾਫ, ਤਾਂ ਇਹਦੇ ਬਾਰੇ ਤੁਸੀਂ ਕੀ ਕਹੋਗੇ, ਇਨਕਰੀਜ਼ਿੰਗ ਆ ਕਿ ਡਿਕਰੀਜ਼ਿੰਗ ਆ? ਹਾਂਜੀ ਬਈ ਦੇਖਦੇ ਆ ਕੌਣ ਕੌਣ ਰਿਪਲਾਈ ਕਰਦਾ। ਇਹ ਫੰਕਸ਼ਨ ਆ ਜਿਹੜਾ ਆਪਣਾ ਇਨਕਰੀਜ਼ਿੰਗ ਹੈ ਕਿ ਡਿਕਰੀਜ਼ਿੰਗ ਆ? ਆ ਬਿਲਕੁਲ ਇੱਕ ਸਟ੍ਰੇਟ ਲਾਈਨ ਆ, ਆਣਾ ਇੱਕ ਸਟ੍ਰੇਟ ਲਾਈਨ ਆ, ਠੀਕ ਹੈ। ਇਹਦੇ ਵਿੱਚ ਕੋਈ ਆਈ ਨਹੀਂ ਕਰਨੀ ਹੈਗੀ। ਸੋ ਪਹਿਲੀ ਚੀਜ਼ ਬੱਚੇ ਤੁਸੀਂ ਮੈਨੂੰ ਪੁੱਛੋਗੇ ਵੀ ਸਰ ਇੰਟਰਵਲ ਕਿਹੜੇ ਕਿਹੜੇ ਹੈ। ਹਾਂਜੀ ਮਨਵੀਰ ਵੈਰੀ ਗੁੱਡ। ਤੁਸੀਂ ਐਂ ਪੁੱਛੋਗੇ ਵੀ ਸਰ ਕਿਹੜੇ ਇੰਟਰਵਲ ਦੇ ਵਿੱਚ ਪੁੱਛ ਰਹੇ ਹੋ। ਹਾਂਜੀ ਸ਼ਾਬਾਸ਼ ਜਸ਼ਮੀ। ਸੋ ਜੇਕਰ ਮੈਂ ਤੁਹਾਨੂੰ ਕਹਿ ਰਿਹਾ ਵੀ ਬਈ ਇਸ ਇੰਟਰਵਲ ਤੋਂ ਲੈ ਕੇ ਇਸ ਇੰਟਰਵਲ ਦੇ ਵਿੱਚ ਦੱਸੋ, ਹਨਾ, ਜੇ ਮੈਂ ਕਹਿ ਰਿਹਾ ਇਸ ਇੰਟਰਵਲ ਤੋਂ ਲੈ ਕੇ ਇਸ ਇੰਟਰਵਲ ਦੇ ਵਿੱਚ ਦੱਸੋ, ਤਾਂ ਤੁਸੀਂ ਕਹੋਗੇ ਸਰ ਇਨਕਰੀਜ਼ਿੰਗ ਹੈ। ਸੋ ਇੱਥੇ ਆਪਾਂ ਕੀ ਕਹਿ ਦਿੰਨੇ ਆ, ਇਨਕਰੀਜ਼ਿੰਗ, ਠੀਕ ਹੈ, ਇਨਕਰੀਜ਼ਿੰਗ, ਓਕੇ। ਬਟ ਜੇਕਰ ਮੈਂ ਕਹਿ ਦਿੰਦਾ ਵੀ ਬਈ ਇਸ ਇੰਟਰਵਲ ਤੋਂ ਇਸ ਇੰਟਰਵਲ ਤੱਕ ਦੱਸੋ, ਮੀਨਸ ਟੂ ਸੇ ਇੱਥੋਂ ਤੱਕ, ਤਾਂ ਤੁਸੀਂ ਕਹਿ ਦਿੰਦੇ ਵੀ ਸਰ ਹਾਂਜੀ ਸ਼ਾਬਾਸ਼ ਕਾਂਸਟੈਂਟ ਹੈ, ਵੈਰੀ ਗੁੱਡ, ਬਹੁਤ ਵਧੀਆ, ਨੀਦਰ ਇਨਕਰੀਜ਼ਿੰਗ ਨੋਰ ਡਿਕਰੀਜ਼ਿੰਗ। ਐਂਡ ਜੇਕਰ ਮੈਂ ਕਹਿ ਦਿੰਦਾ ਇਸ ਇੰਟਰਵਲ ਤੋਂ ਲੈ ਕੇ ਇਸ ਇੰਟਰਵਲ ਤੱਕ ਦੱਸੋ, ਠੀਕ ਹੈ, ਇਹ ਵਾਲਾ, ਤਾਂ ਤੁਸੀਂ ਫੇਰ ਕੀ ਕਹਿ ਦਿੰਦੇ, ਇਨਕਰੀਜ਼ਿੰਗ। ਕਲੀਅਰ ਹੋ ਰਹੀ ਹੈ ਨਾ ਮੇਰੀ ਗੱਲ? ਸੋ ਥੋੜਾ ਜਿਹਾ ਇਹਨਾਂ ਚੀਜ਼ਾਂ ਨੂੰ ਨਾ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਿਓ, ਕਿਉਂਕਿ ਗ੍ਰਾਫ ਤਾਂ ਮੈਂ ਤੁਹਾਨੂੰ ਵੈਸੇ ਬਣਾ ਕੇ ਦੇ ਰਿਹਾ, ਆਪਾਂ ਗ੍ਰਾਫ ਪ੍ਰੂਫ ਨਹੀਂ ਬਣਾਉਣੇ ਹੈਗੇ ਬਿਲਕੁਲ ਵੀ, ਠੀਕ ਹੈ। ਇਹ ਤਾਂ ਮੈਂ ਤੁਹਾਡੀ ਸਮਝ ਬਣਾਉਣ ਲਈ ਕਰ ਰਿਹਾਗਾ। ਜੇਕਰ ਹੁਣ ਮੈਂ ਕਹਿ ਦਿਆਂ ਬੱਚੇ ਇਸ ਤਰੀਕੇ ਦਾ ਦੇ ਦਿਆਂ,
ਹਾਂਜੀ ਸੋ ਕੌਣ ਦੱਸੂਗਾ ਵੀ ਕੀ ਹੋ ਰਿਹਾ ਇੱਥੋਂ ਤੋਂ ਲੈ ਕੇ ਇੱਥੋਂ ਤੱਕ ਦੱਸ ਦਿਓ ਕੀ ਹੋ ਰਿਹਾ ਹਾਂਜੀ ਡਿਕਰੀਜ਼ਿੰਗ ਸੋ ਬੱਚੇ ਲੈਫਟ ਟੂ ਰਾਈਟ ਦੇਖਿਆ ਜਾਂਦਾ ਆਲਵੇਜ਼ ਗ੍ਰਾਫ ਨੂੰ ਆਲਵੇਜ਼ ਲੈਫਟ ਟੂ ਰਾਈਟ ਹੀ ਦੇਖਿਆ ਜਾਂਦਾ ਠੀਕ ਹੈ ਜਿਵੇਂ ਤੁਸੀਂ ਇੱਥੋਂ ਦੇਖ ਰਹੇ ਸੀ ਉਵੇਂ ਇਧਰੋਂ ਦੇਖੋ ਸੋ ਕੀ ਹੋ ਰਿਹਾ ਦੇਖੋ ਇੱਥੇ ਤਾਂ ਹਾਈਟ ਇੰਨੀ ਸੀ ਇੱਥੇ ਹਾਈਟ ਇੰਨੀ ਕੀ ਰਹਿ ਰਹੀ ਹੈ ਸੋ ਕੀ ਹੋ ਰਿਹਾ ਇਹ ਡਿਕਰੀਜ਼ ਹੋ ਰਹੀ ਹੈ ਹਾਈਟ ਸੋ ਇਹ ਫੰਕਸ਼ਨ ਕੀ ਹੋ ਗਿਆ ਡਿਕਰੀਜ਼ਿੰਗ ਕਲੀਅਰ ਹੋ ਗਈ ਗੱਲ ਇੱਕ ਵਾਰ ਮੈਨੂੰ ਰਿਪਲਾਈ ਕਰੋ ਫਿਰ ਆਪਾਂ ਨਾ ਅੱਗੇ ਵਧੀਏ ਥੋੜਾ ਜਿਹਾ ਜੇ ਆ ਤਿੰਨੋਂ ਗ੍ਰਾਫਸ ਕਲੀਅਰ ਆ ਤਾਂ ਹਾਂਜੀ ਓਕੇ ਜੀ ਸ਼ਾਬਾਸ਼ ਹਾਂਜੀ ਵੈਰੀ ਗੁੱਡ ਸੋ ਹੁਣ ਆਪਾਂ ਨਾ ਥੋੜੀ ਨਵੀਂ ਚੀਜ਼ ਬਾਰੇ ਕਰਦੇ ਆਂ ਮੈਂ ਥੋੜਾ ਜਿਹਾ ਤੁਹਾਨੂੰ ਇਸ ਚੈਪਟਰ ਬਾਰੇ ਹੋਰ ਬੇਸਿਕਸ ਦੇ ਵਿੱਚ ਲਿਖਾ ਦਿੰਨਾ ਤੁਹਾਨੂੰ ਦਿੱਤਾ ਕੀ ਹੋਇਆ ਕਰੂ ਕੁਝ ਸਟੈਪਸ ਟਾਈਪ ਲਿਖਾ ਰਹੇ ਆਂ ਇਹਨਾਂ ਬਾਰੇ ਤਾਂ ਆਪਾਂ ਗੱਲ ਕਰਾਂਗੇ ਹਜੀ ਸਟੈਪਸ ਲਿਖਾ ਰਹੇ ਆਂ ਠੀਕ ਹੈ ਹੁਣ ਦੇਖੋ ਤੁਹਾਨੂੰ ਇਹ ਪਤਾ ਲੱਗ ਗਿਆ ਵੀ ਫੰਕਸ਼ਨ ਇਨਕਰੀਜ਼ਿੰਗ ਆ ਫੰਕਸ਼ਨ ਡਿਕਰੀਜ਼ਿੰਗ ਆ ਤਾਂ ਸਿਮਰਨ ਐਂ ਕਿਵੇਂ ਪਤਾ ਲੱਗੂ ਵੀ ਕਿੰਨੀ ਚੇਂਜ ਆ ਰਹੀ ਹੈ ਫੰਕਸ਼ਨ ਵਿੱਚ ਵੀ ਵਿਦ ਰਿਸਪੈਕਟ ਟੂ ਟਾਈਮ ਇਹ ਕਿੰਨਾ ਇਨਕਰੀਜ਼ ਹੋ ਰਿਹਾ ਜਾਂ ਕਿੰਨਾ ਰੇਟ ਆਫ ਚੇਂਜ ਤਾਂ ਉਹ ਕਿਵੇਂ ਪਤਾ ਲੱਗੂਗਾ ਤਾਂ ਆਪਾਂ ਬੱਚੇ ਕੀ ਕਰਿਆ ਕਰਾਂਗੇ ਜਿਹੜਾ ਫੰਕਸ਼ਨ ਹੋਊਗਾ ਉਸ ਦਾ ਡੈਰੀਵੇਟਿਵ ਕਰਿਆ ਕਰਾਂਗੇ ਡੈਰੀਵੇਟਿਵ ਵੀ ਦੱਸਿਆ ਕਰੂਗਾ ਨਾ ਆਪਾਂ ਨੂੰ ਵੀ ਕਿੰਨੀ ਚੇਂਜ ਆ ਰਹੀ ਹੈ ਟਾਈਮ ਦੇ ਵਿਦ ਰਿਸਪੈਕਟ ਟੂ ਇਸ ਦੇ ਵਿੱਚ ਵੀ ਇੱਥੇ ਕਿੰਨਾ ਸੀ ਇੱਥੇ ਕਿੰਨਾ ਇੱਥੇ ਕਿੰਨੀ ਚੇਂਜ ਆ ਰਹੀ ਹੈ ਕਲੀਅਰ ਹੋ ਰਹੀ ਹੈ ਕਰਨ ਮੇਰੀ ਗੱਲ ਸੋ ਰੇਟ ਆਫ ਚੇਂਜ ਜੇਕਰ ਆਪਾਂ ਪਤਾ ਕਰਨਾ ਵੀ ਕਿਸੇ ਵੀ ਚੀਜ਼ ਦਾ ਰੇਟ ਆਫ ਚੇਂਜ ਤਾਂ ਕੌਣ ਦੱਸਦਾ ਆਪਣਾ ਡੈਰੀਵੇਟਿਵ ਠੀਕ ਹੈ ਸੋ ਪਹਿਲਾ ਕੰਮ ਬੱਚੇ ਮੈਂ ਇੱਥੇ ਤੁਹਾਨੂੰ ਦੱਸ ਰਿਹਾ ਪਹਿਲਾ ਸਟੈਪ ਆ ਜਿਹੜਾ ਸਟੈਪ ਫਸਟ ਮੈਂ ਵੈਸੇ ਆਪਣੀ ਵਰਡਿੰਗ ਚ ਲਿਖਾ ਦੇਣਾ ਯੂ ਆਰ ਗਿਵਨ ਮੇਰੀ ਇੰਗਲਿਸ਼ ਇੰਨੀ ਸਟਰੋਂਗ ਨਹੀਂ ਹੈਗੀ ਵੈਸੇ ਹੀ ਲਿਖਾ ਦੇਣਾ ਠੀਕ ਹੈ ਯੂ ਆਰ ਗਿਵਨ ਐਨੀ ਫੰਕਸ਼ਨ ਪਹਿਲਾ ਸਟੈਪ ਤੁਹਾਨੂੰ ਸਟੇਟਮੈਂਟ ਦੇ ਵਿੱਚ ਕੋਈ ਵੀ ਫੰਕਸ਼ਨ ਦਿੱਤਾ ਹੋਊਗਾ ਜਿਵੇਂ ਕਿ fx = ਸਮਥਿੰਗ ਕੁਝ ਵੀ ਓਕੇ ਦੂਸਰਾ ਸਟੈਪ ਪੱਕਾ ਹੀ ਜਿਹੜਾ ਤੁਸੀਂ ਕਰਨਾ ਸਟੈਪ ਨੰਬਰ 2 ਫਾਈਂਡ f'(x) ਫਾਈਂਡ ਕੀ ਕਰ ਲਿਆ ਕਰੋ ਨਾਲ ਦੀ ਨਾਲ f'(x) ਫਾਈਂਡ ਆਊਟ ਕਰ ਲੈਣਾ ਹੋਰ ਕੋਈ ਕੰਮ ਨਹੀਂ ਸਿੱਧਾ ਇਸ ਦਾ ਡੈਰੀਵੇਟਿਵ ਓਕੇ ਤੀਸਰਾ ਕੰਮ ਤੀਸਰੇ ਸਟੈਪ ਨੂੰ ਨਾ ਮੈਂ ਦੋ ਪਾਰਟਸ ਦੇ ਵਿੱਚ ਡਿਵਾਈਡ ਕਰ ਰਿਹਾ ਸੋ ਚੈੱਕ ਕਰਿਆ ਕਰੋ ਚੈੱਕ ਵੈਦਰ ਦੀ ਸਪੈਲਿੰਗ ਹੀ ਨਹੀਂ ਯਾਦ ਯਾਰ ਵੈਦਰ ਮੌਸਮ ਵਾਲਾ ਤਾਂ ਨਹੀਂ ਪਤਾ ਹੈ ਦੇਖੋ ਇੱਕ ਵਾਰੀ ਚੈੱਕ ਵੈਦਰ ਇੰਟਰਵਲਸ ਆਰ ਗਿਵਨ ਔਰ ਨਾਟ ਤੁਸੀਂ ਸਟੇਟਮੈਂਟ ਦੇ ਵਿੱਚ ਦੇਖਿਆ ਕਰੋਗੇ ਵੀ ਇੰਟਰਵਲਸ ਆਪਾਂ ਨੂੰ ਦਿੱਤੇ ਹੋਏ ਆ ਕਿ ਨਹੀਂ ਦਿੱਤੇ ਹੋਏ ਠੀਕ ਹੈ ਕਿਉਂਕਿ ਕੁਝ ਬੱਚੇ ਬਹੁਤ ਫਾਸਟ ਹੈ ਉਹ ਬਿਨਾ ਇੰਟਰਵਲਸ ਤੋਂ ਵੀ ਦੱਸ ਦਿੰਦੇ ਆ ਵੀ ਇਨਕਰੀਜ਼ ਹੋ ਰਿਹਾ ਠੀਕ ਹੈ ਹਾਂਜੀ ਠੀਕ ਹੈ ਜੀ ਓਕੇ ਸੋ ਚੈੱਕ ਵੈਦਰ ਇੰਟਰਵਲਸ ਆਰ ਗਿਵਨ ਔਰ ਨਾਟ ਓਕੇ ਸੋ ਇਸ ਨੂੰ ਆਪਾਂ ਦੋ ਪਾਰਟਸ ਦੇ ਵਿੱਚ ਡਿਵਾਈਡ ਕਰਦੇ ਹਾਂ ਇੰਟਰਵਲਸ ਗਿਵਨ ਜੇਕਰ ਇੰਟਰਵਲਸ ਗਿਵਨ ਹੋਣਗੇ ਮੈਂ ਇੱਥੇ ਲਿਖ ਦਿੰਦਾ ਇਫ ਇੰਟਰਵਲਸ ਗਿਵਨ ਇਫ ਇੰਟਰਵਲਸ ਨਾਟ ਗਿਵਨ ਬਹੁਤ ਈਜ਼ੀ ਰਹੂਗਾ ਬਹੁਤ ਈਜ਼ੀ ਚਲੋ ਵੀ ਇੰਟਰਵਲਸ ਤੁਹਾਨੂੰ ਪਤਾ ਲੱਗ ਹੀ ਰਿਹਾ ਵੀ ਕੀ ਹੋਣਗੇ ਜਿਵੇਂ ਆ ਇੰਟਰਵਲ ਆਪਾਂ ਕੋਈ ਕਹਿ ਦਿੰਦੇ 1 ਤੋਂ ਲੈ ਕੇ 5 ਤੱਕ ਕੋਈ ਇੰਟਰਵਲ ਸੀਗਾ ਠੀਕ ਹੈ ਸੋ ਜੇਕਰ ਇੰਟਰਵਲ ਗਿਵਨ ਆ ਦੈਨ ਕੀ ਕਰਾਂਗੇ ਦੈਨ ਆਪਣੇ ਕੋਲੇ ਬੱਚੇ ਨੈਕਸਟ ਸਟੈਪ ਕੀ ਰਹੂਗਾ ਦੈਨ ਆਪਾਂ ਕਰਾਂਗੇ ਕੋਈ ਵੀ ਇਹਨਾਂ ਦੇ ਵਿੱਚੋਂ ਸਪੋਜ਼ ਕਰ ਲਓ ਆਪਾਂ ਇੱਥੇ ਕਹਿ ਦਿੰਦਾ ਮੈਂ ਇੰਟਰਵਲਸ ਹੈਗੇ ਆ ਲੈਟ ਇੰਟਰਵਲਸ ਆਪਾਂ ਕਹਿ ਦਿੰਦੇ ਆ a, b ਹੈ ਕੋਈ ਵੀ ਇੰਟਰਵਲਸ ਆ ਤਾਂ a, b ਦੇ ਵਿੱਚ ਜਿੰਨੇ ਵੀ ਐਲੀਮੈਂਟਸ ਆ ਰਹੇ ਆ ਉਹਨਾਂ ਨੂੰ x ਦੀ ਜਗ੍ਹਾ ਤੇ ਪੁੱਟ ਕਰਕੇ ਦੇਖ ਸਕਦੇ ਹੋ ਫੋਰ ਐਗਜ਼ਾਮਪਲ ਸਮਝਾਉਣਾ ਮੈਂ ਜਿਵੇਂ ਕਿ 1, 5 ਹੈ ਇੰਟਰਵਲਸ ਠੀਕ ਹੈ 1, 5 ਚੋਂ ਤੁਸੀਂ ਕੀ ਕਰੋਗੇ ਕੋਈ ਵੀ ਇਹਦੇ ਵਿੱਚ ਪੁੱਟ ਕਰਕੇ ਦੇਖ ਲਿਓ x ਦੀ ਜਗ੍ਹਾ ਤੇ ਨਾ f'(x) ਦੇ ਵਿੱਚ ਕੁਝ ਵੀ ਪੁੱਟ ਕਰਕੇ ਦੇਖ ਲਿਓ ਜੇਕਰ ਤੁਹਾਡੀ ਜਿਹੜੀ ਆਨਸਰ ਆਊਗਾ ਮੈਂ ਇੱਥੇ ਲਿਖ ਦਿੰਦਾ ਇਫ f' ਜੋ ਇਹਨਾਂ ਦੇ ਵਿੱਚ ਆਊਗਾ ਫੋਰ ਐਗਜ਼ਾਮਪਲ ਮੈਂ ਕਹਿ ਦਿੰਦਾ 1 ਤੋਂ 5 ਦੇ ਵਿੱਚ ਆਪਾਂ ਕੋਈ ਵੀ ਲੈ ਲਓ 2 ਆ ਗਿਆ
ਜੇ f'2 ਆਪਣਾ greater than 0 ਆ ਗਿਆ, ਠੀਕ ਹੈ, ਜੇਕਰ greater than 0 ਆ ਗਿਆ ਤੁਸੀਂ ਕਹਿ ਦਿਓਗੇ ਵੀ ਸਰ ਇਨਕਰੀਜ਼ਿੰਗ ਹੈ। ਓਕੇ, ਜੇਕਰ ਆਪਣੇ ਕੋਲੇ ਸਿਮਿਲਰਲੀ ਜੇਕਰ ਲੈਸ ਦੈਨ 0 ਆ ਗਿਆ, ਜੇਕਰ f'2 ਆਪਣੇ ਕੋਲੇ ਸਪੋਜ਼ ਕਰ ਲਓ ਲੈਸ ਦੈਨ 0 ਆ ਗਿਆ ਤਾਂ ਤੁਸੀਂ ਕਹਿ ਦਿਓਗੇ ਡਿਕਰੀਜ਼ਿੰਗ ਹੈ। ਕਲੀਅਰ ਹੋ ਗਈ ਗੱਲ? ਐਗਜ਼ਾਮੀਨਰ ਤੁਹਾਨੂੰ ਆਹੀ ਪੁੱਛੂਗਾ ਵੀ ਫੰਕਸ਼ਨ ਇਨਕਰੀਜ਼ਿੰਗ ਆ ਕਿ ਡਿਕਰੀਜ਼ਿੰਗ ਆ। ਜੇਕਰ ਆਪਣੇ ਕੋਲੇ ਜੋ ਇੰਟਰਵਲਸ ਦਿੱਤੇ ਹੋਏ ਹੈ ਉਹਨਾਂ ਦੇ ਵਿੱਚ ਦਾ ਕੋਈ ਵੀ ਤੁਸੀਂ ਇੱਥੇ ਪੁੱਟ ਕਰੋਗੇ x ਦੀ ਜਗ੍ਹਾ ਤੇ, ਤਾਂ ਜੇਕਰ ਉਹ ਗ੍ਰੇਟਰ ਦੈਨ 0 ਆ ਗਿਆ ਤਾਂ ਆਪਾਂ ਕਹਿ ਦੇਂਗੇ ਇਨਕਰੀਜ਼ਿੰਗ, ਅਦਰਵਾਈਜ਼ ਡਿਕਰੀਜ਼ਿੰਗ। ਅੱਛਾ, ਇੱਥੋਂ ਤੱਕ ਮੈਨੂੰ ਦੱਸੋ ਵੀ ਕਿਹਨੂੰ ਕਿਹਨੂੰ ਪਤਾ ਲੱਗ ਗਿਆ। ਫਿਰ ਮੈਂ ਇੱਕ ਐਗਜ਼ਾਮਪਲ ਨਾਲ ਕਲੀਅਰ ਕਰਦਾ ਤੁਹਾਨੂੰ। ਏਕਮ ਡਾਊਟ ਆ ਬੱਚੇ ਕੋਈ? ਓਕੇ ਓਕੇ, ਠੀਕ ਹੈ ਜੀ। ਸੋ ਜੇ ਇੰਟਰਵਲਸ ਨਾ ਦਿੱਤੇ ਹੋਣਗੇ ਫਿਰ ਕੀ ਕਰੋਗੇ? ਇਫ ਇੰਟਰਵਲਸ ਆਰ ਨਾਟ ਗਿਵਨ, ਗੁਰਜੋਤ ਕਲੀਅਰ ਹੋ ਗਿਆ ਨਾ? ਇਹ ਆਪਾਂ ਇੱਕ ਕੁਐਸਚਨ ਕਰਕੇ ਜਾਵਾਂਗੇ, ਕੋਈ ਇਸ਼ੂ ਨਹੀਂ। 1 ਮਿੰਟ ਹੀ ਰਹਿ ਗਿਆ। ਨਹੀਂ ਯਾਰ ਟਾਈਮ ਤਾਂ ਪਿਆ ਹਜੇ। ਰੀਜੁਆਇਨ ਕਰ ਲਓ, ਫਿਰ ਇੱਕ ਵਾਰੀ ਰੀਜੁਆਇਨ ਕਰ ਲਓ ਸਾਰੇ ਜਾਣੇ। ਸੋ ਬੱਚੇ ਦੇਖੋ, ਜੇਕਰ ਇੰਟਰਵਲਸ ਆਪਣਾ ਨਾਟ ਗਿਵਨ ਹੋਊਗਾ ਫਿਰ ਕੀ ਕਰਾਂਗੇ? ਫਿਰ ਕੀ ਕਰਨਾ ਸਰ? ਫਸਟਲੀ we will find intervals, ਠੀਕ ਹੈ। ਸੋ ਦੈਨ ਉਸ ਤੋਂ ਬਾਅਦ ਆ ਕੰਮ ਕਰਾਂਗੇ। ਇੰਟਰਵਲਸ ਤੁਹਾਨੂੰ ਮੈਂ ਦੱਸੂਗਾ ਵੀ ਆਪਾਂ ਕਿਵੇਂ ਫਾਈਂਡ ਆਊਟ ਕਰਨੀ ਹੈ, ਠੀਕ ਹੈ। ਹੁਣ ਆਪਾਂ ਇਦਾਂ ਕਰਦੇ ਹਾਂ, ਇੱਕ ਕੁਐਸਚਨ ਕਰ ਲੈਂਦੇ ਆ ਵੀ ਜਿਹਦੇ ਨਾਲ ਤੁਹਾਨੂੰ ਸਮਝ ਆ ਜੇ ਬਾਬਾ ਵੀ ਕੱਲ ਕੀ ਹੋ ਰਹੀ ਹੈ, ਠੀਕ ਹੈ। ਇੱਕ ਮੈਂ ਵਧੀਆ ਜਿਹਾ ਕੁਐਸਚਨ ਭਾਲਦਾ। ਇੱਕ ਮਿੰਟ ਹੀ ਦਿਓ ਮੈਨੂੰ, ਇੱਕ ਵਧੀਆ ਜਿਹਾ ਕੁਐਸਚਨ ਲੱਭ ਰਿਹਾ ਕਿ ਬਣਾ ਹੀ ਲਈਏ। ਚਲੋ ਕੋਈ ਕੁਐਸਚਨ ਮੈਂ ਵੈਸੇ ਹੀ ਬਣਾ ਰਿਹਾ ਆਪਣੇ ਕੋਲੋਂ ਹੀ, ਜਿਹਦੇ ਨਾਲ ਤੁਹਾਨੂੰ ਸਮਝ ਆ ਜੇ। ਸੋ ਕੁਐਸਚਨ ਹੈਗਾ ਆਪਾਂ ਨੂੰ ਗਿਵਨ ਆ ਬੱਚੇ, ਮੈਂ ਇੱਥੇ ਲਿਖ ਦੇਣਾ ਚੈੱਕ ਵੈਦਰ ਫੰਕਸ਼ਨ ਇਜ਼, ਕਿਉਂਕਿ ਗ੍ਰਾਫ ਵਾਲਾ ਕੰਮ ਤਾਂ ਤੁਸੀਂ ਕਰਨਾ ਹੀ ਨਹੀਂ, ਉਹ ਤਾਂ ਤੁਹਾਡੇ ਸਮਝਣ ਲਈ ਸੀ ਵੀ ਕੀ ਕਹਿਣਾ ਚਾਹ ਰਿਹਾ ਮੈਂ। ਚੈੱਕ ਵੈਦਰ ਫੰਕਸ਼ਨ ਇਜ਼ ਇਨਕਰੀਜ਼ਿੰਗ ਔਰ ਡਿਕਰੀਜ਼ਿੰਗ, ਇਦਾਂ ਦਾ ਕੁਐਸਚਨ ਆਊਗਾ, ਇਨਕਰੀਜ਼ਿੰਗ ਔਰ ਡਿਕਰੀਜ਼ਿੰਗ, ਠੀਕ ਹੈ ਜੀ। ਸੋ ਮੈਂ ਇਹ ਕਹਤਾ ਵੀ ਫੰਕਸ਼ਨ ਆਪਾਂ ਨੂੰ ਦੇਤਾ ਸਿਮਰਨ fx = ਕੋਈ ਵੀ ਲੈ ਲਓ ਤੁਸੀਂ, ਜੋ ਤੁਹਾਨੂੰ ਵਧੀਆ ਲੱਗਦਾ, x² + 5x, ਮੈਂ ਆ ਕੋਈ ਫੰਕਸ਼ਨ ਲੈ ਲਿਆ, ਠੀਕ ਹੈ। ਓਕੇ, ਹੁਣ ਪਹਿਲਾਂ ਤਾਂ ਮੈਂ ਇਹ ਕਰਦਾ, ਤੁਹਾਨੂੰ ਇੰਟਰਵਲਸ ਵੀ ਦੇ ਹੀ ਦੇਣਾ। ਸੋ ਇੰਟਰਵਲਸ ਕਿਹੜੇ ਕਿਹੜੇ ਦੇਤੇ ਮੈਂ ਸਪੋਜ਼ ਕਰ ਲੂ, ਇੰਟਰਵਲਸ ਬੱਚੇ ਮੈਂ ਇੱਥੇ ਦੇਤੇ, ਕੋਈ ਵੀ ਰੱਖ ਦੋ, 1,7 ਦੇਤੇ, ਚਲੋ ਠੀਕ ਹੈ। ਇਹ ਤਾਂ ਆਪਾਂ ਨੂੰ ਪਤਾ ਹੀ ਹੈ ਪੋਜ਼ਿਟਿਵ ਆਊਗਾ, ਨਾਰਮਲੀ ਪਤਾ ਲੱਗ ਰਿਹਾ। ਜੇ ਇੱਥੇ ਮੈਂ ਮਾਈਨਸ ਕਰ ਦੇਣਾ ਫਿਰ ਦੇਖੋ, ਠੀਕ ਹੈ, ਇੱਥੇ ਮੈਂ ਮਾਈਨਸ ਕਰਤੀ, ਹੁਣ ਦੇਖੋ। ਸੋ ਇੰਟਰਵਲਸ ਆ ਦੇਤੇ ਬੱਚੇ, ਤਾਂ ਮੈਂ ਪਹਿਲਾ ਸਟੈਪ ਤੁਹਾਨੂੰ ਕੀ ਕਿਹਾ ਸੀ? ਫਸਟ ਸਟੈਪ ਤੁਸੀਂ ਕਰਨਾ ਸਾਰਿਆਂ ਨੇ, ਹਾਂਜੀ, ਡੈਰੀਵੇਟਿਵ ਫਾਈਂਡ ਆਊਟ ਕਰਨਾ f'(x). ਸੋ ਆਪਾਂ ਕੀ ਕਰਦੇ ਹਾਂ, ਡਿਫਰੈਂਸ਼ੀਏਟ ਕਰ ਦਿੰਦੇ ਆ। ਸੋ ਫਸਟਲੀ we will find derivative, so f'(x) ਕਿੰਨਾ ਆ ਜਾਊਗਾ? x² ਦਾ ਡੈਰੀਵੇਟਿਵ ਹੋ ਗਿਆ ਰਾਜੇ 2x, ਇਹਦਾ ਡੈਰੀਵੇਟਿਵ ਕਿੰਨਾ ਹੋ ਗਿਆ? 5। ਕਲੀਅਰ? ਹਾਂਜੀ, ਸੋ ਇੰਨਾ ਆ ਗਿਆ ਆਪਣੇ ਕੋਲੇ। ਇੱਕ ਛੋਟਾ ਜਿਹਾ ਕੰਮ ਹੋਰ ਕਰਦੇ ਆ, ਇੱਕ ਸੈਕਿੰਡ ਹੀ ਰੁਕਿਓ। ਮੈਂ ਇੱਥੇ ਨਾ 5 ਦੀ ਜਗ੍ਹਾ ਤੇ 4 ਕਰ ਰਿਹਾ, 5 ਦੀ ਜਗ੍ਹਾ ਤੇ ਨਾ 4 ਕਰ ਰਿਹਾ, ਤੁਹਾਨੂੰ ਥੋੜਾ ਜਿਹਾ ਫੰਕਸ਼ਨ ਵਧੀਆ ਤਰੀਕੇ ਸਮਝ ਆ ਜੀ। ਇੱਥੇ x³ ਕਰ ਰਿਹਾ ਰਾਜੇ, x³ - 4x ਆ ਫੰਕਸ਼ਨ ਆਪਣਾ, ਠੀਕ ਹੈ। ਇਹਦੇ ਨਾਲ ਨਾ ਸਮਝ ਵਧੀਆ ਆਊਗਾ ਵੀ ਮੈਂ ਸਮਝਾਉਣਾ ਕੀ ਚਾਹ ਰਿਹਾ। ਹੋ ਤਾਂ ਪਹਿਲਾਂ ਵਾਲਾ ਵੀ ਜਾਊਗਾ, 3 ਅੱਗੇ ਆ ਗਿਆ,
ਇੱਥੇ ਆਪਣੇ ਕੋਲ x² ਬਣ ਗਿਆ, ਇੱਥੇ ਆਪਣੇ ਕੋਲੇ ਆ ਗਿਆ 4। ਓਕੇ ਜੀ, ਸੋ ਹੁਣ ਆਪਾਂ ਐਂ ਕਰਦੇ ਹਾਂ, ਪਹਿਲਾ ਸਟੈਪ ਹੋ ਗਿਆ ਡੈਰੀਵੇਟਿਵ ਕਰ ਲਿਆ। ਹੁਣ ਦੇਖੋ ਵੀ ਇੰਟਰਵਲਸ ਗਿਵਨ ਆ, ਯੈਸ ਗਿਵਨ ਆ। ਇੰਟਰਵਲਸ ਦੇ ਵਿੱਚ ਦਾ ਕੋਈ ਵੀ ਚੀਜ਼ ਇਹਦੇ ਵਿੱਚ ਪੁੱਟ ਕਰਕੇ ਦੇਖੋ। ਫੋਰ ਐਗਜ਼ਾਮਪਲ 1 ਤੇ 7 ਤਾਂ ਆਪਾਂ ਪੁੱਟ ਨਹੀਂ ਕਰ ਸਕਦੇ, ਕਿਉਂਕਿ ਆਪਾਂ ਨੂੰ ਕਿਹੜੇ ਇੰਟਰਵਲ ਦਿੱਤੇ ਹੋਏ ਆ, ਓਪਨ ਇੰਟਰਵਲ ਦਿੱਤੇ ਹੋਏ ਆ। ਮੈਂ ਨਾ ਥੋੜਾ ਜਿਹਾ ਐਗਜ਼ਾਮਪਲਰ ਟਾਈਪ ਕੁਐਸਚਨ ਤੁਹਾਨੂੰ ਕਰਵਾ ਰਿਹਾ। NCERT ਦੇ ਵਿੱਚ ਤਾਂ ਬਹੁਤ ਨਿੱਕੇ ਨਿੱਕੇ ਜਿਹੇ ਕੁਐਸਚਨ ਆ ਓਪਨ ਇੰਟਰਵਲ ਦਿੱਤੇ ਹੋਏ ਆ। ਸੋ 1 ਨੂੰ ਨਹੀਂ ਆਪਾਂ ਲੈ ਸਕਦੇ, 7 ਨੂੰ ਆਪਾਂ ਨਹੀਂ ਲੈ ਸਕਦੇ। 1 ਤੋਂ 7 ਦੇ ਵਿੱਚ ਜਿਹੜੇ ਆਪਾਂ ਲੈ ਸਕਦੇ ਹਾਂ। ਫੋਰ ਐਗਜ਼ਾਮਪਲ ਆਪਾਂ ਇਦਾਂ ਕਰਦੇ ਹਾਂ, 2 ਯੂਜ਼ ਕਰਕੇ ਦੇਖਦੇ ਹਾਂ। ਸੋ ਜੇਕਰ ਮੈਂ ਇੱਥੇ 2 ਯੂਜ਼ ਕਰਾਂ, f'2 ਕਿੰਨਾ ਆਊਗਾ? ਸੋ ਇਹ ਆ ਗਿਆ 3 2 ਦਾ ਸਕੁਆਇਰ -4। ਸੋ ਇਹ ਬਣ ਗਿਆ ਜੀ 3 × 4 -4। ਸੋ 12 -4 ਆ ਗਿਆ ਆਪਣੇ ਕੋਲੇ 8। ਸੋ 8 ਕੀ ਹੈ ਬੱਚੇ ਆਪਣੇ ਕੋਲੇ? ਗ੍ਰੇਟਰ ਦੈਨ 0 ਆ। ਸੋ ਆਪਾਂ ਕਹਿ ਦਿਆਂਗੇ ਇਨਕਰੀਜ਼ਿੰਗ ਹੈ। ਬਸ ਇੰਨਾ ਕੰਮ ਹੀ ਹੈ। ਜੇਕਰ ਆਪਣੇ ਕੋਲੇ ਗ੍ਰੇਟਰ ਦੈਨ 0 ਆ ਗਿਆ, ਆਪਾਂ ਕਹਿ ਦੇਂਗੇ ਇਨਕਰੀਜ਼ਿੰਗ ਆ, ਅਦਰਵਾਈਜ਼ ਕੀ ਕਹਿ ਦੇਣੇ ਇਹਦੇ ਆਪਾਂ? ਡਿਕਰੀਜ਼ਿੰਗ। ਠੀਕ ਹੈ, ਹੁਣ ਚੀਜ਼ ਜਿਹੜੀ ਹੈਗੀ ਹੈ, ਦੇਖੋ ਜੇਕਰ ਇੱਥੇ ਆਪਣੇ ਕੋਲੇ ਇੰਟਰਵਲਸ 4 ਹੁੰਦੇ, ਦੇਖੋ ਜੇਕਰ ਇੰਟਰਵਲਸ, ਪਹਿਲਾ ਕੁਐਸਚਨ ਤਾਂ ਪਤਾ ਲੱਗ ਗਿਆ ਨਾ, ਬਟ ਜੇਕਰ ਇੰਟਰਵਲਸ ਆਪਣੇ ਕੋਲੇ ਹੁੰਦੇ, ਇੰਟਰਵਲਸ ਮੈਂ ਇੱਥੇ ਕਹਿ ਦੇਣਾ -3 ਤੋਂ ਲੈ ਕੇ 1 ਤੱਕ ਇੰਟਰਵਲਸ ਹੁੰਦੇ, ਫਿਰ ਆਨਸਰ ਕੀ ਆਉਂਦਾ? ਦੇਖਿਓ ਜੇ ਆਹ ਵਾਲੇ ਇੰਟਰਵਲਸ ਹੁੰਦੇ, ਹੁਣ -3 ਤੋਂ 1 ਦੇ ਵਿੱਚ ਕੁਝ ਪੁੱਟ ਕਰਕੇ ਦੇਖੋ, ਕੁਐਸਚਨ ਉਹੀ ਹੈ, ਆਹ ਵਾਲੇ ਪੁੱਟ ਕਰਕੇ ਦੇਖਦੇ ਹਾਂ। ਸੋ f' ਤਾਂ ਆਪਣੇ ਕੋਲੇ ਹੈਗਾ ਰਾਜੇ 3x² -4। ਓਕੇ, ਸੋ ਆਪਾਂ ਆਹ ਵਾਲੇ ਇੰਟਰਵਲਸ ਪੁੱਟ ਕਰਕੇ ਦੇਖਦੇ ਹਾਂ। ਕੋਈ ਵੀ ਵੈਲਿਊ ਜੋ ਤੁਹਾਨੂੰ ਲੱਗ ਰਹੀ ਹੈ ਪੁੱਟ ਕਰ ਦਈਏ, -2 0, ਇਹਨਾਂ ਦੋਨਾਂ ਚੋਂ ਕੋਈ ਵੀ ਵੈਲਿਊ ਪੁੱਟ ਕਰਕੇ ਦੇਖ ਸਕਦੇ ਹੋ। -2 -1 ਤੇ 0 ਚੋਂ ਕਿਹੜੀ ਵੈਲਿਊ ਪੁੱਟ ਕਰਾਂ? -1 ਪੁੱਟ ਕਰ ਦਿੰਦੇ। ਠੀਕ ਹੈ, ਸੋ ਜੇਕਰ ਮੈਂ ਇੱਥੇ -1 ਪੁੱਟ ਕਰਦਾ, f'(-1) ਤਾਂ 3 -1 ਦਾ ਸਕੁਆਇਰ -4। ਸੋ ਇਹ ਕਿੰਨਾ ਬਣ ਗਿਆ ਰਾਜੇ? 3 -4। ਸੋ ਵੈਲਿਊ ਕਿੰਨੀ ਆ ਗਈ ਆਪਣੇ ਕੋਲੇ? -1। ਠੀਕ ਹੈ, ਸੋ -1 ਇਜ਼ ਲੈਸ ਦੈਨ 0। ਸੋ ਦੈਟ ਮੀਨਸ ਹੁਣ ਆਪਣੇ ਕੋਲੇ ਕੀ ਹੋ ਗਿਆ? ਇਹ ਡਿਕਰੀਜ਼ਿੰਗ। ਸੋ ਸਮਝਣ ਦੀ ਕੋਸ਼ਿਸ਼ ਕਰਿਓ ਮੇਰੀ, ਮੈਂ ਕੀ ਕਹਿਣਾ ਚਾਹ ਰਿਹਾ ਵੀ ਕੋਈ ਵੀ ਫੰਕਸ਼ਨ ਇਨਕਰੀਜ਼ਿੰਗ ਵੀ ਹੋ ਸਕਦਾ, ਡਿਕਰੀਜ਼ਿੰਗ ਵੀ ਹੋ ਸਕਦਾ। ਡਿਪੈਂਡ ਕਿਸ ਤੇ ਕਰੇਗਾ? ਇੰਟਰਵਲਸ ਤੇ, ਵੀ ਇੰਟਰਵਲਸ ਕਿਹੜੇ ਦਿੱਤੇ ਹੋਏ ਆ। ਜਿਵੇਂ ਮੈਂ ਤੁਹਾਨੂੰ, ਹੁਣ ਤਾਂ ਤੁਹਾਨੂੰ ਕਲੀਅਰ ਵੀ ਹੋ ਗਿਆ ਹੋਣਾ ਵੀ ਆਹੀ ਚੀਜ਼ ਮੈਂ ਫੇਰ ਤੋਂ ਰਿਪੀਟ ਕਰ ਰਿਹਾ ਵੀ ਕੋਈ ਫੰਕਸ਼ਨ ਇਨਕਰੀਜ਼ਿੰਗ ਵੀ ਹੋ ਸਕਦਾ, ਡਿਕਰੀਜ਼ਿੰਗ ਵੀ ਹੋ ਸਕਦਾ, ਡਿਪੈਂਡ ਕਰੂਗਾ ਬੱਚੇ ਇੰਟਰਵਲਸ ਤੇ। ਦੇਖੋ ਜਿਵੇਂ ਆਹ ਵਾਲਾ ਫੰਕਸ਼ਨ ਆਪਣਾ, ਹੁਣ ਜਿਹਦੀ ਮੈਂ ਐਗਜ਼ਾਮਪਲ ਲਈ ਹੈ, ਵੈਸੇ ਮੰਨ ਲਓ ਵੀ ਜਿਵੇਂ ਮੈਂ ਐਂ ਕਹਿ ਦਿਆਂ, ਵੈਸੇ ਕੋਈ ਇੱਥੇ ਇੱਕ ਛੋਟੀ ਜਿਹੀ ਡਾਇਗਰਾਮ ਬਣਾ ਦੇਣਾ ਵੀ ਐਂ ਕਰਕੇ ਕੁਝ ਇਸ ਤਰੀਕੇ ਦਾ ਫੰਕਸ਼ਨ ਹੈ ਇਹ। ਚਲੋ ਆ ਤਾਂ ਗਲਤ ਬਣ ਗਈ। ਸੋ ਇਸ ਤਰੀਕੇ ਦਾ ਬਣਾਉਣ ਦੀ ਟਰਾਈ ਕਰਦਾ ਮੈਂ, ਵੀ ਜਿਵੇਂ ਤੁਸੀਂ ਐ ਮੰਨ ਲਓ ਵੀ ਇਸ ਤਰੀਕੇ ਦਾ ਫੰਕਸ਼ਨ ਆ ਕੋਈ। ਚਲੋ ਠੀਕ ਹੈ, ਤਾਂ ਤੁਸੀਂ ਦੇਖਿਆ ਵੀ ਜਦੋਂ ਸਰ ਨੇ ਇਧਰਲੇ ਇੰਟਰਵਲ ਲਏ ਸੀ 1 ਤੋਂ 7, ਉਦੋਂ ਤਾਂ ਇਹ ਕੀ ਹੋ ਰਿਹਾ ਸੀ? ਇਨਕਰੀਜ਼ ਹੋ ਰਿਹਾ ਸੀ। ਪਰ ਜਦੋਂ ਸਰ ਨੇ -3 ਤੋਂ 1 ਵਾਲੇ ਇਧਰਲੇ ਇੰਟਰਵਲ ਲਏ, ਉਦੋਂ ਕੀ ਹੋ ਰਿਹਾ? ਇਹ ਡਿਕਰੀਜ਼ ਹੋ ਰਿਹਾ। ਕਲੀਅਰ ਹੋ ਗਈ ਨਾ ਬੱਚੀ ਮੇਰੀ ਗੱਲ? ਸੋ ਇੰਟਰਵਲਸ ਮੈਟਰ ਕਰਨਗੇ ਵੀ ਤੁਹਾਡਾ ਫੰਕਸ਼ਨ ਇਨਕਰੀਜ਼ਿੰਗ ਹੈ ਕਿ ਡਿਕਰੀਜ਼ਿੰਗ ਹੈ। ਡਨ ਆ? ਇੱਕ ਵਾਰ ਮੈਨੂੰ ਰਿਪਲਾਈ ਕਰੋ ਵੀ ਡਨ ਆ ਸਾਰਿਆਂ ਨੂੰ, ਕਿ ਹੈ ਡਾਊਟ ਕੋਈ? ਬਸ ਮੈਂ ਐਂਡ ਵਾਲੀ ਚੀਜ਼ ਇਹੀ ਦੱਸ ਰਿਹਾ ਵੀ ਇੰਟਰਵਲਸ ਮੈਟਰ ਕਰਨਗੇ ਤੁਹਾਡਾ ਫੰਕਸ਼ਨ ਇਨਕਰੀਜ਼ਿੰਗ ਹੈ ਜਾਂ ਡਿਕਰੀਜ਼ਿੰਗ ਹੈ। ਹਾਂਜੀ, ਵੈਰੀ ਗੁੱਡ। ਤੇ ਅੱਜ ਦੀ ਲਾਸਟ ਗੱਲ ਜੋ ਮੈਂ ਦੱਸਣ ਜਾ ਰਿਹਾ, ਹਾਂਜੀ ਬੱਚੇ, ਜੇ -2 ਪੁੱਟ, ਇਹ ਤਾਂ ਮੈਂ ਵੈਸੇ ਹੀ ਫੰਕਸ਼ਨ ਲਿਆ ਸੀ ਆਪਣਾ ਸਿਮਰਨ, ਕਿ -2 ਪੁੱਟ ਕਰਾਂਗੇ ਆਪਣੇ ਕੋਲੇ ਫਿਰ ਇਨਕਰੀਜ਼ਿੰਗ ਆ ਰਿਹਾ ਹਨਾ। ਇਹ ਤਾਂ ਮੇਰਾ ਫੰਕਸ਼ਨ ਹੀ ਹੋ ਸਕਦਾ ਗਲਤ ਹੋਵੇ, ਇਹ ਤਾਂ ਮੈਂ ਵੈਸੇ ਹੀ ਲਿਆ ਸੀ ਤੁਹਾਨੂੰ ਸਮਝਾਉਣ ਲਈ। ਠੀਕ ਹੈ, ਵੀ ਮੈਂ ਤਾਂ ਤੁਹਾਨੂੰ ਵੈਸੇ ਇੱਕ ਚੀਜ਼ ਸਮਝਾਉਣੀ ਸੀ। ਚਲੋ ਆਪਾਂ ਇੱਥੇ ਐਂ ਕਹਿ ਲਓ, ਇੱਥੇ -2 ਲੈ ਲਓ। ਠੀਕ ਹੈ, ਇੰਟਰਵਲ -2 ਤੋਂ 1 ਤੱਕ ਦੇ ਲੈ ਲਓ। ਸੋ ਦੇਖੋ ਹੁਣ ਮੈਂ ਤੁਹਾਨੂੰ ਜੋ ਚੀਜ਼ ਦੱਸਣੀ ਹੈ, ਪਹਿਲੀ, ਜੇਕਰ ਆਪਣਾ
एफ डैश एक्स आ जिहड़ा वो इक्वल्स टू 0 आ जाए। इक्वल्स टू 0 भी आ सकता है जेकर अपना एफ डैश एक्स ग्रेटर दैन 0 आ जाए। जेकर अपना एफ डैश एक्स लैस दैन 0 आ जाए। हाँ जी शाबाश मनवीर। जेकर एफ डैश एक्स ग्रेटर दैन इक्वल टू 0 आ जाए। जेकर अपना एफ डैश एक्स लैस दैन इक्वल टू 0 आ जाए। अपने कोले 5 केसेस अराइज हो सकते हैं। सो पहला केस जे इक्वल टू 0 आ गया दैट मीनस ग्राफ बई कुछ इस तरीके का जा रहा है, कांस्टेंट ग्राफ जा रहा है, बिल्कुल कांस्टेंट। ठीक है मैं इत्थे लिख देना कांस्टेंट ग्राफ। ओके सो इहदा मतलब इत्थे की हो गया कांस्टेंट, नीदर इंक्रीजिंग नॉट डिक्रीजिंग। ओके जी दूसरा एफ डैश एक्स ग्रेटर दैन 0 आ गया। अपने कोले की हो रहा है इंक्रीजिंग हो रहा है। ओके जी जेकर एफ डैश एक्स लैस दैन 0 आ गया, इंक्रीजिंग दी एग्जांपल तुहानू पता ही है, आ अपने कोले इंक्रीज हो रहा है। ठीक है आह अपने कोले रजे डिक्रीज हो रहा है। देखो ध्यान नाल निखिल आ डिक्रीजिंग दी एग्जांपल है, मैं इत्थे लिख देना इंक्रीजिंग आ डिक्रीजिंग। देखना लेफ्ट टू राइट है। ठीक है ओके सो ये हो गया अपने कोले डिक्रीजिंग। तो फिर आ की होगा इनू भी आप इंक्रीजिंग ही कह देने हैं। इनू भी एक बार मैं इंक्रीजिंग कह देना क्योंकि ग्रेटर दैन 0 है ना, तो इसनू मैं इंक्रीजिंग कहता। हाँ जी कुछ इंटरवल्स दे विच आपां कह दिंदे आ। चलो ते आह की हो गया ये भी सर आपां डिक्रीजिंग ही कहता। पर हुण जेड़ा बच्चे अपने कोले पक्का ही सीगा भी वो कला इंक्रीज ही हुंदा जा रहा है, सो उस दे अगे आपां ला देंगे स्ट्रिक्टली सख्ताई नाल इंक्रीज हो रहा है। पक्का डिक्रीज ही हो जाता तो स्ट्रिक्टली डिक्रीजिंग। ते आह होए जिन्हां दे नाल इक्वल टू भी आऊगा वो कल्ले इंक्रीजिंग ते डिक्रीजिंग, जिन्हां दे नाल इक्वल टू नहीं आऊगा वो स्ट्रिक्टली इंक्रीजिंग एंड स्ट्रिक्टली डिक्रीजिंग। फर्क पता लग गया की सीगा फर्क? हाँ जी एक बार मैनू रिप्लाई करो भी समझ आ गई मैं की कहना चाह रहा सीगा बच्चे। बहुत ही सख्ताई नाल वाधदा ही जा रहा है, पर यह है जिहड़ा ये किते क ताईं 0 हो सकता है। देखो इसकी ना एक ग्राफ बना के दिखाना मैं। स्ट्रिक्टली इंक्रीजिंग का तो तुहानू पता लग ही रहा आ स्ट्रिक्टली इंक्रीजिंग आ, मैं इत्थे कहना स्ट्रिक्टली इंक्रीजिंग, अपने कोल स्ट्रिक्टली डिक्रीजिंग आ। जिवें मैं आ ग्राफ बना दियां आ हुण बंदे दा विचारे दा की बनिया। जे आपां ओवरऑल ग्राफ की गल करनी होवे है ना, पहलो पहल तो ही इंक्रीज होया, उस तो बाद की होया राजे, उस तो बाद तो कांस्टेंट हो गया ना, उस तो बाद तो कांस्टेंट हो गया। सो यही अपने कोले किहड़ा होया दैट मीनस आ वाला। क्योंकि इहदे विच किते ना किते देखो ध्यान नाल समझण दी कोशिश करियो, इत्थे जदों तुसीं इत्थों तो लैके इत्थों तक डेरिवेटिव कढ रहे सी तो काफी चेंज आ रहा सी, रेट ऑफ चेंज काफी सी। बट जो तुसीं इत्थों तो लैके इत्थों तक रेट ऑफ चेंज कढण लगे तो 0 आउण लग गया क्योंकि हाइट दे विच फर्क ही नहीं पै रहा सीगा। सो ये किहड़ा होया करन ओनली इंक्रीजिंग। ठीक है एक बारी हुण मैनू सारे जने रिप्लाई कर दिओ क्योंकि जो अज मैं बोलिया वो कल बिल्कुल नहीं बोलूंगा। कल आपां होर चीज बारे करांगे, सिंपल सीधे क्वेश्चन करांगे क्योंकि एनसीईआरटी दे विच इहदी हो सकदा बिल्कुल भी लोड़ ना पवे। ठीक है एनसीईआरटी दे विच ना इसदी हो सकदा बिल्कुल लोड़ ही ना पवे, ये भी हो सकदा। ये तो मैं वैसे ही करवाया भी तुहाडे काम बहुत आऊगा। सो आपां कल स्टार्ट करांगे जी 6.2 एक्सरसाइज। अज तुसीं 6.1 नाले तक कंप्लीट कर देनी है एंड नाले अपने डाउट लेके आने। ठीक है हाँ जी जैस्मीन अमन बिस्मीत क्लियर है बच्चे? दमन एकम गुरजोत करण मनवीर निखिल सिमरन, फिर आप डन कर दिए जेकर क्लियर है तो। ओके जी ओके चलो ठीक है जी। सो फिर मिलते हैं आप कल।
ਅਮਨ ਮੈਨੂੰ ਰਿਕਾਰਡਿੰਗ ਸੈਂਡ ਕਰ ਦੀ ਵੀਰੇ, ਮੈਂ ਅੱਜ ਅਪਲੋਡ ਕਰ ਦੂੰਗਾ, ਠੀਕ ਹੈ। ਓਕੇ ਜੀ, ਓਕੇ। ओके भाई, बाय बाय।